ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਔਰਤ ਤੇ ਖਾਲਸਾ। ਗੁਰੂ ਸਵਾਰੀ ਗੁਰੂ ਪਿਆਰੀ ਸਾਧ ਸੰਗਤ ਜੀਓ, ਪਿਛਲੀ ਵੀਡੀਓ ਦੇ ਵਿੱਚ ਅਸੀਂ ਦੇਖਿਆ ਸੀ ਕਿ ਕਿਵੇਂ ਔਰਤ ਇੱਕ ਆਮ ਔਰਤ ਤੋਂ ਖਾਲਸਾ ਰੂਪ ਦੇ ਵਿੱਚ ਆਉਂਦੀ ਹੈ। ਕਿਵੇਂ ਧੰਨ ਸਾਹਿਬ ਸ੍ਰੀ ਗੁਰੂ ਗੋਬਿੰਦ ਸਿੰਘ ਮਹਾਰਾਜ ਉਹਨਾਂ ਨੂੰ ਅੰਮ੍ਰਿਤ ਦੀ ਦਾਤ ਦਿੰਦੇ ਨੇ। ਅੱਜ ਅਸੀਂ ਕੁਝ ਪੰਛੀ ਚਾਤ ਫਿਰ ਔਰਤ ਦੇ ਸਥਾਨ ਤੇ ਮਾਰਨ ਦੀ ਕੋਸ਼ਿਸ਼ ਕਰਾਂਗੇ। ਸੋ ਆਓ ਅੱਜ ਅਸੀਂ ਜਾਣੀਏ ਕਿ ਔਰਤ ਦਾ ਸਥਾਨ ਕੀ ਹੈ। ਜਦੋਂ ਸਿੱਖ ਇਤਿਹਾਸ ਦੇ ਵਿੱਚ ਅਸੀਂ ਪੜ੍ਹਦੇ ਹਾਂ, ਅਰਦਾਸ ਵਿੱਚ ਜਦ ਸਾਰੇ ਖੜੇ ਹੋ ਕੇ ਇੱਕ ਪਾਵਨ ਬੋਲ ਬੋਲਦੇ ਨੇ ਕਿ ਜਿਨ੍ਹਾਂ ਸਿੰਘਾਂ ਸਿੰਘਣੀਆਂ ਨੇ ਧਰਮ ਹੇਤ ਸੀਸ ਦਿੱਤੇ, ਆਖਦੇ ਨੇ ਨਾ, ਤਾਂ ਉਹ ਗੱਲ ਤੋਂ ਹੀ ਸਪਸ਼ਟ ਹੋ ਜਾਂਦਾ ਹੈ ਕਿ ਸਿੱਖ ਘਰ ਵਿੱਚ ਔਰਤ ਦਾ ਸਥਾਨ ਸਾਵਾਂ ਹੀ ਰੱਖਿਆ ਗਿਆ ਹੈ ਤੇ ਸਾਵਾਂ ਤੇ ਨਿਵੇਕਲਾ ਵੀ ਹੋਵੇਗਾ। ਇਹ ਗੱਲ ਚੇਤੇ ਰੱਖਣ ਵਾਲੀ ਹੈ ਕਿ ਗੁਰੂ ਨਾਨਕ ਸਾਹਿਬ ਜੀ ਨੇ ਜਿੱਥੇ ਸਮਾਜਿਕ, ਭਾਈਚਾਰਕ ਅਤੇ ਆਰਥਿਕ ਵਿਤਕਰਿਆਂ ਵਿਰੁੱਧ ਪਹਿਲੀ ਵਾਰੀ ਵਾਰ ਉਚਾਰ ਕੇ ਸੰਕੇਤ ਕੀਤਾ ਸੀ, ਉੱਥੇ ਇਹ ਆਵਾਜ਼ ਵੀ ਪਹਿਲੀ ਵਾਰੀ ਉਠਾਈ ਸੀ ਕਿ ਔਰਤ ਨਾ ਨਿੰਦਣੀ ਹੈ। ਹਿੰਦੁਸਤਾਨੀ ਸੁਭਾਅ ਵਿੱਚ ਸਖਾ, ਸਖੀ ਤੇ ਸਿੱਖ, ਇਹ ਤਿਗੜੇ ਨੂੰ ਮਹੱਤਤਾ ਦਿੱਤੀ ਜਾਂਦੀ ਹੈ। ਸਖਾ ਭਗਤੀ ਬਹੁਤ ਦੇਰ ਚੱਲਦੀ ਰਹੀ। ਸੁਦਾਮੇ ਦੀ ਉਦਾਹਰਨ ਉਦੋਂ ਦੀ ਮਿਸਾਲ ਜਾਂ ਅਰਜਨ ਤੇ ਕ੍ਰਿਸ਼ਨ ਦੀ ਦੋਸਤੀ ਸਭ ਵਿਚਾਰਦੇ ਨੇ। ਇੱਕ ਵਾਰੀ ਕ੍ਰਿਸ਼ਨ ਜੀ ਨੇ ਤਾਂ ਇੱਛਾ ਇਹ ਪ੍ਰਗਟਾਈ ਸੀ ਕਿ ਮੇਰੀ ਤੇ ਅਰਜਨ ਦੀ ਦੋਸਤੀ ਨਿਭ ਜਾਵੇ। ਸਖਾ ਭਗਤੀ ਬਾਅਦ ਜੇ ਹੋਰ ਕਿਸੇ ਦਾ ਹਿੰਦੁਸਤਾਨ ਵਿੱਚ ਜ਼ੋਰ ਰਿਹਾ ਤਾਂ ਉਹ ਸਖੀ ਹੈ। ਇਸੇ ਸਖੀ ਭਗਤੀ ਨੇ ਤੀਸਰਾ ਭਗਤੀ ਦਾ ਰੂਪ ਸਿੱਖ ਚੇਲਾ ਸੀ। ਸਿੱਖ ਭਗਤੀ ਵੀ ਐਸੀ ਨਿਵਾਣ ਵੱਲ ਗਈ ਕਿ ਵਿਅਕਤੀ ਦੀ ਆਪਣੀ ਹੋਂਦ ਮੂਲੋਂ ਹੀ ਮੁੱਕ ਗਈ। ਇੱਥੇ ਮੈਂ ਕਹਿ ਦੇਣਾ ਚਾਹੁੰਦਾ ਹਾਂ ਕਿ ਪਹਿਲੀ ਗਲਤੀ ਸਾਡੇ ਆਪਣੇ ਧਰਮ ਵਿੱਚ ਇਹ ਹੋਈ ਕਿ ਸਿੱਖ ਦੇ ਅਰਥ ਕਿਸੇ ਨੇ ਸ਼ਿਸ਼ ਨਾਲ ਜੋੜ ਦਿੱਤੇ, ਪਰ ਗੁਰੂ ਸਾਹਿਬਾਨ ਨੇ ਸਿੱਖ ਦੇ ਸ਼ਬਦ ਅਰਥ ਜਿਹੜੇ ਨੇ ਉਹ ਟਿਕਾਊ ਕਰਕੇ ਕੀਤੇ ਨੇ। ਅਰਥਾਂ ਦੇ ਅਨਰਥ ਕਰਨ ਵਾਲਿਆਂ ਨੂੰ ਗੁਰੂ ਜੀ ਨੇ ਰੋਕ ਪਾਉਂਦੇ ਸਮਝਾਇਆ। ਸਤਿਗੁਰੂ ਫਰਮਾਉਂਦੇ ਨੇ, ਸ਼੍ਰੀ ਰਾਗ ਦੇ ਅੰਦਰ ਇਹ ਅੰਗ 73 ਤੇ ਸੁਭਾਏਮਨ ਸ਼ਬਦ ਹੈ। ਮੈਂ ਬੱਧੀ ਸੱਚ ਧਰਮਸਾਲ ਹੈ, ਗੁਰ ਸਿੱਖਾਂ ਲਹਿੰਦਾ ਭਾਲਕ ਹੈ। ਭਾਵ ਇਹ ਹੈ ਕਿ ਜਿਹੜੇ ਸ਼ਰਧਾਵਾਨ ਟਿਕਾਊ ਹੁੰਦੇ ਨੇ, ਉਹ ਵਿਅਕਤੀ ਦੇ ਪਿੱਛੇ ਨਾ ਲੱਗ ਕੇ ਉਸ ਟਿਕਾਣੇ ਦੀ ਭਾਲ ਕਰਦੇ ਨੇ ਜਿੱਥੇ ਸੱਚ ਦ੍ਰਿੜਤਾ ਹੁੰਦਾ ਹੈ। ਇਹਦਾ ਕਾਰਨ ਲੱਗਦਾ ਹੈ ਕਿ ਸਿੱਖ ਸਖਾ ਤੇ ਸਖੀ ਦੀਆਂ ਨਿਵਾਣਾਂ ਵੱਲ ਜਾਣ ਤੋਂ ਬਚਾ ਲਈ ਗੁਰੂ ਪਾਤਸ਼ਾਹ ਨੇ ਇੱਕ ਨਵਾਂ ਰਾਹ ਦਰਸਾਇਆ, ਜਿਸ ਵਿੱਚ ਇਹ ਕਿਹਾ ਕਿ ਇਸ ਜਗ ਮੈਂ ਪੁਰਖ ਏਕ ਹੈ, ਹੋਰ ਸਗਲੀ ਨਾਰ ਸਬਾਈ। ਭਾਵੇਂ ਕੋਈ ਮਰਦ ਹੈ
ਜਾਂ ਔਰਤ ਹੈ, ਉਸ ਨੂੰ ਆਤਮਿਕ ਉਚਾਈ ਪਰਮ ਪਦ ਪਾਵਨ ਲਈ ਉਹ ਗੁਣ ਧਾਰਨੇ ਪੈਣਗੇ ਜੋ ਔਰਤ ਵਿੱਚ ਸੁਭਾਵਿਕ ਹੀ ਵਾਹਿਗੁਰੂ ਜੀ ਨੇ ਪਾਏ ਨੇ। ਉਹਨਾਂ ਗੁਣਾਂ ਦੀ ਗਿਣਤੀ ਲਿਮੇਰੀ ਹੈ। ਉਹਦਾ ਅੰਦਾਜ਼ਾ ਲਾਉਣਾ ਕੋਈ ਸਹਿਲਾ ਨਹੀਂ, ਕੋਈ ਆਮ ਗੱਲ ਨਹੀਂ ਹੈ। ਪਰ ਫਿਰ ਵੀ ਜਦ ਔਰਤ ਨੂੰ ਬੱਤੀ ਸੁਲੱਖਣੀ ਕਹਿ ਕੇ ਬਾਣੀ ਵਿੱਚ ਸਤਿਕਾਰ ਦਿੱਤਾ ਗਿਆ ਤਾਂ ਇੱਕ ਨਜ਼ਰ ਮਾਰ ਲੈਣੀ ਚਾਹੀਦੀ ਹੈ। ਕੋਈ ਕੁਥਾ ਨਹੀਂ ਹੋਵੇਗੀ। ਸੋ ਆਓ ਆਪਾਂ ਉਹਨਾਂ 32 ਗੁਣਾਂ ਬਾਰੇ ਵੀ ਜਾਣਨ ਦੀ ਕੋਸ਼ਿਸ਼ ਕਰੀਏ। ਮਹਾਨ ਕੋਸ਼ ਦੇ ਵਿੱਚ ਕਾਹਨ ਸਿੰਘ ਨਾਭਾ ਜੀ ਨੇ 625 ਪੇਜ ਦੇ ਉੱਪਰ, ਜੋ ਦੂਜੀ ਛਾਪ 1960 ਦੇ ਵਿੱਚ ਪਟਿਆਲਾ ਵੱਲੋਂ ਛਾਪੀ ਗਈ ਸੀ, ਉਹਦੇ ਵਿੱਚ ਇਸਤਰੀ ਦੇ 32 ਗੁਣਾਂ ਦਾ ਜਿਹੜਾ ਜ਼ਿਕਰ ਕੀਤਾ ਹੋਇਆ। ਨੰਬਰ 1 ਸੁੰਦਰਤਾ, ਨੰਬਰ 2 ਸ਼ਵਸਤਾ, ਨੰਬਰ 3 ਲੱਜਾ, ਨੰਬਰ 4 ਚਤੁਰਾਈ, 5 ਵਿਦਿਆ, 6 ਪਤੀ ਭਗਤੀ, ਨੰਬਰ 7 ਸੇਵਾ, 8 ਦਇਆ, ਨੰਬਰ 9 ਸਤਿਆ, ਨੰਬਰ 10 ਪ੍ਰਿਯ ਬਾਣੀ, ਨੰਬਰ 11 ਪ੍ਰਸ਼ੰਸਤਾ, ਨਿਮਰਤਾ, ਨਿਸ਼ਟਪਟਤਾ, ਏਕਤਾ, ਧੀਰਜ, ਧਰਮਨਿਆ, ਸੰਯਮ, ਉਦਾਰਤਾ, ਗੰਭੀਰਤਾ, ਉਦਮ, ਸੂਰਵੀਰਤਾ, ਰਾਗ, ਕਾਵਿ, ਚਿੱਤਰ, ਔਸਧ, ਰਸੋਈ, ਸਿਉਣ ਦੀ ਕਲਾ, ਪਰਾਉਣ ਦੀ ਵਿਦਿਆ, ਘਰ ਦੀਆਂ ਵਸਤੂਆਂ ਦਾ ਯਥਾਯੋਗ ਕਰਨਾ, ਸ਼ਿੰਗਾਰਨਾ, ਬਜ਼ੁਰਗਾਂ ਦਾ ਮਾਣ, ਘਰ ਆਏ ਪ੍ਰਾਹੁਣਿਆਂ ਦਾ ਸਨਮਾਨ, ਸੰਤਾਨ ਨੂੰ ਪਾਲਣਾ। ਇਹ ਸਾਰੇ 32 ਦੇ 32 ਗੁਣ ਗੁਰਬਾਣੀ ਦੇ ਅੰਦਰ ਵੀ ਦੱਸੇ ਨੇ ਔਰ ਕਾਹਨ ਸਿੰਘ ਨਾਭਾ ਜੀ ਨੇ ਮਹਾਨ ਕੋਸ਼ ਵਿੱਚ ਵੀ ਦੱਸੇ ਨੇ। ਇਸ ਦਾ ਕਾਰਨ ਇਹ ਹੈ ਕਿ ਇਹ ਗੁਣਾਂ ਨਾਲ ਹੀ ਆਤਮਿਕ ਜੀਵ ਸੱਚ ਤੇ ਤੱਤ ਨੂੰ ਪਾ ਸਕਦਾ ਹੈ। ਉਹ ਫਿਰ ਇੰਨਾ ਆਤਮਿਕ ਬਲ ਵਾਲਾ ਹੋ ਜਾਂਦਾ ਹੈ ਕਿ ਉਹ ਨਿੱਕੇ ਵੱਡੇ ਮਾਰਗ ਨੂੰ ਦਿਖਾ ਸਕਦਾ ਹੈ। ਪਰ ਔਰਤ ਨੂੰ ਜਿਸਮ ਜਾਂ ਆਕਾਰ ਦੇ ਰੂਪ ਵਿੱਚ ਗੁਰੂ ਸਾਹਿਬ ਜੀ ਨੇ ਬਿਲਕੁਲ ਨਹੀਂ ਦੇਖਿਆ, ਬਿਲਕੁਲ ਨਹੀਂ ਡਿੱਠਾ। ਸਿਰਫ ਗੁਰੂ ਸਾਹਿਬ ਜੀ ਨੇ ਗੁਣ ਰੂਪ ਵਿੱਚ ਦੇਖਿਆ ਹੈ। ਪਹਿਲਾਂ ਤਾਂ ਉਹਨਾਂ ਨੂੰ ਗਲਤ ਖਿਆਲਾਂ ਵਿੱਚ ਚੋਟ ਮਾਰੀ, ਜੋ ਕਹਿੰਦੇ ਨਹੀਂ ਸੀ ਥੱਕਦੇ ਕਿ ਇਸਤਰੀ ਮੋਖ ਨਹੀਂ ਪਾ ਸਕਦੀ, ਜੋ ਕਹਿੰਦੇ ਨਹੀਂ ਸੀ ਥੱਕਦੇ ਕਿ ਔਰਤ ਨੂੰ ਹਰ ਸਮੇਂ ਕਦੇ ਪਿਤਾ, ਕਦੇ ਪਤੀ ਤੇ ਕਦੇ ਪੁੱਤਰ ਦੀ ਸੁਰੱਖਿਆ ਵਾਸਤੇ ਲੋੜ ਹੈ। ਉਹਨਾਂ ਨੂੰ ਸਮਝਾਇਆ ਕਿ ਇਸਤਰੀ ਆਪਣੇ ਵਿੱਚ ਸੰਪੂਰਨ ਹੈ। ਇਹ ਦੇਵਰ ਜੇਠ ਨੂੰ ਦੋਨਾਂ ਨੂੰ ਮਾਤ ਦੇਣ ਵਾਲੀ ਜੋਗੀ ਹੈ। ਇਹ ਸਾਰੀ ਵਾਰਤਾ ਗੁਰਬਾਣੀ ਦੇ ਅੰਦਰ ਸਾਨੂੰ ਸਮਝਾਈ ਹੈ। ਜਿਵੇਂ ਬੁੱਧ ਧਰਮ ਵਿੱਚ ਨਾਰੀ ਭਿਕਸ਼ੂ ਨਰ ਭਿਕਸ਼ੂ ਨਾਲੋਂ ਉਚੇਰੀ ਸਮਝੀ ਜਾਂਦੀ ਸੀ, ਤੇ ਇੱਥੋਂ ਤੱਕ ਲਿਖਿਆ ਮਿਲਦਾ ਹੈ ਕਿ ਜੇ ਔਰਤ ਨਦੀ ਵਿੱਚ ਗੋਤੇ ਖਾ ਰਹੀ ਹੈ ਤਾਂ ਨਰ ਭਿਕਸ਼ੂ ਨੂੰ ਬਚਾਉਣ ਦਾ ਹੀਲਾ ਤੱਕ ਨਾ ਕਰੇ। ਭਾਵ ਗੋਤੇ ਖਾਂਦੀ ਹੈ ਤਾਂ ਗੋਤੇ ਖਾ ਕੇ ਮਰ ਜਾਵੇ, ਉਹ ਉਸ ਨੂੰ ਬਚਾਉਣ ਦੀ ਕੋਸ਼ਿਸ਼ ਨਾ ਕਰੇ। ਰਾਮਾਨੁਜ ਸ਼ੰਕਰ ਦੇਵ ਇਸਤਰੀ ਨੂੰ ਵੈਸ਼ਨਵ ਧਰਮ ਵਿੱਚ ਦਾਖਲ ਹੀ ਨਹੀਂ ਕਰ ਸਕਦੇ। ਹੋਰ ਕੀ ਕਹਿੰਦੇ ਨੇ ਕਿ ਔਰਤ ਦੁਨੀਆ ਭਰ ਦੀ ਭੱਤੀ ਸ਼ੈ ਹੈ। ਉਸ ਦੀ ਤੱਕਣੀ ਰਿਸ਼ੀ ਤੱਕ ਦਾ ਦਿਲ ਮਚਲਾ ਦਿੰਦੀ ਹੈ, ਆਬਾਦਤ ਨਸ਼ਟ ਕਰ ਦਿੰਦੀ ਹੈ।
ਈਸਾਈਆਂ ਵਿੱਚ ਤਾਂ ਹੁਣ ਤੱਕ ਪਾਦਰੀ ਨਹੀਂ ਹੋ ਸਕਦੀ, ਪਰ ਗੁਰੂ ਨਾਨਕ ਸਾਹਿਬ ਜੀ ਨੇ ਐਸਿਆਂ ਨੂੰ ਕਿਹਾ, ਭਲੇ ਲੋਕੋ, ਇਹ ਤਾਂ ਦੱਸੋ ਕਿ ਤੁਸੀਂ ਰਾਜੇ ਨੂੰ ਤਾਂ ਨਿਹਲੰਕੀ, ਪਰ ਰਾਜੇ ਨੂੰ ਜਨਮ ਦੇਣ ਵਾਲੇ ਕਲੰਕੀ ਦਾ ਦੋਹਰਾ ਮਾਪ ਕੇ ਤੁਹਾਡੀ ਮਲੀਨ ਸੋਚਣੀ ਕਿਵੇਂ ਬਣਿਆ ਹੈ। ਗੁਰੂ ਸਾਹਿਬ ਜੀ ਦਾ ਪਾਵਨ ਅਸੀਂ ਬਚਨ ਪੜ੍ਹਦੇ ਹਾਂ, ਸੋ ਕਿਉ ਮੰਦਾ ਆਖੀਐ ਜਿਤ ਜੰਮੇ ਰਾਜਾਨ। ਗੁਰੂ ਗ੍ਰੰਥ ਸਾਹਿਬ ਮਹਾਰਾਜ ਦੀ ਬਾਣੀ ਪੜ੍ਹਨ ਵਾਲਾ ਉਹ ਪਾਵਨ ਸ਼ਬਦਾਂ ਨੂੰ ਸੰਬੋਧਨ ਕਰਕੇ ਪੜ੍ਹੇ ਜੋ ਗੁਰੂ ਸਾਹਿਬ ਜੀ ਨੇ ਔਰਤ ਨੂੰ ਸੰਬੋਧਨ ਕਰਕੇ ਕਹੇ ਸਨ। ਸਿੱਖ ਘਰ ਵਿੱਚ ਪਦਵੀ ਦਾ ਪਤਾ ਲੱਗ ਜਾਵੇਗਾ ਕਿ ਭਗਤ ਨਾਮਦੇਵ ਜੀ ਨੇ ਆਪਣੀ ਪਤਨੀ ਨੂੰ ਕਰ ਕੀ ਗੀਹਨ ਕਹਿਣਾ। ਗੁਰੂ ਨਾਨਕ ਸਾਹਿਬ ਜੀ ਦਾ ਪਾਰ ਜਾਤ ਕਰ ਆਂਗਣ ਮੇਰੇ ਬੁਲਾਉਣਾ। ਬਲਵੰਡ ਜੀ ਦਾ ਰਾਮਕਲੀ ਵਾਰ ਵਿੱਚ ਮਾਤਾ ਖੀਵੀ ਜੀ ਨੂੰ ਨੇਕ ਜਨ ਆਖਣਾ ਇਸ ਪਾਸੇ ਦੀਆਂ ਖਾਸ ਉਦਾਹਰਨਾਂ ਹਨ। ਜਿਸ ਵੇਲੇ ਔਰਤ ਆਪਣੇ ਦਰਜੇ ਤੋਂ ਹੇਠਾਂ ਡਿੱਗਦੀ ਹੈ ਤਾਂ ਉਸ ਵੇਲੇ ਦੇ ਕੀਤੇ ਸੰਬੋਧਨ ਵੀ ਗੁਰੂ ਸਾਹਿਬ ਜੀ ਦੱਸਦੇ ਨੇ। ਗੁਰੂ ਸਾਹਿਬ ਜੀ ਉੱਚੇ ਦਰਜੇ ਤੋਂ ਡਿੱਗਾ ਦੇਖ ਕੇ ਇਤਨੇ ਪਰੇਸ਼ਾਨ ਹੁੰਦੇ ਹਨ ਕਿ ਕੁਚੱਜੀ, ਗਰਭ ਗਹਿਲੜੀ, ਮੁਈਏ, ਹਰਨਾਖੀਏ ਤੇ ਦੁਹਾਗਣ ਇਸ ਪਾਸੇ ਦੇ ਕੁਝ ਸੰਕੇਤ ਦਿੱਤੇ ਨੇ। ਇੱਕ ਥਾਂ ਤਾਂ ਕਹਿੰਦੇ ਨੇ ਕਿ ਮੇਰੇ ਕੋਲ ਇਹ ਬਰਦਾਸ਼ਤ ਨਹੀਂ ਹੁੰਦਾ ਕੋਈ ਗੁਨਾਰ ਬਣੇ, ਔਰਤ ਹੋ ਕੇ ਅਨ ਔਰਤਾਂ ਵਾਲੇ ਕੰਮ ਕਰੇ। ਪਦਵੀ ਮਿਲਣ ਵਾਲੇ ਇੱਕ ਗੱਲ ਦਾ ਹੋਰ ਚੇਤਾ ਰੱਖਣ ਕਿ ਸਾਰੇ ਸਮਾਜਿਕ ਰਿਸ਼ਤਿਆਂ ਦਾ ਸਰੋਤ ਗੁਰੂ ਨਾਨਕ ਸਾਹਿਬ ਔਰਤ ਨੂੰ ਹੀ ਮੰਨਦੇ ਨੇ। ਬੜੇ ਧਿਆਨ ਨਾਲ ਆਸਾ ਦੀ ਵਾਰ ਦਾ ਜਦੋਂ ਅਸੀਂ ਪਾਠ ਕਰੀਏ ਤਾਂ ਉਸ ਵਿੱਚ ਗੁਰੂ ਸਾਹਿਬ ਜੀ ਇੱਕ ਪਾਵਨ ਸ਼ਬਦ ਦੇ ਅੰਦਰ ਫਰਮਾਉਂਦੇ ਨੇ ਕਿ ਉਸ ਸ਼ਬਦ ਦੇ ਵਿੱਚ ਗੁਰੂ ਨਾਨਕ ਸਾਹਿਬ ਜੀ ਨੇ ਔਰਤ ਨੂੰ ਭੰਡ ਸ਼ਬਦ ਵਰਤਿਆ। ਗੁਰੂ ਨਾਨਕ ਸਾਹਿਬ ਜੀ ਫਰਮਾਉਂਦੇ ਨੇ, ਭਾਂਡੇ ਤੋਂ ਉਪਜਿਆ ਮਰਦ, ਇਸ ਭਾਂਡੇ ਵਿੱਚ ਨਿੰਮਿਆ ਮਰਦ ਨਾਲ ਇਸ ਦੀ ਮੰਗਣੀ ਹੋਈ, ਫਿਰ ਇਸ ਦਾ ਵਿਆਹ ਹੋਇਆ। ਸਮਾਜ ਵਿੱਚ ਵਿਚਰਨ ਦਾ ਵੱਲ ਇਸੇ ਨੇ ਸਿਖਾਇਆ। ਨਵੀਂ ਪੀੜ੍ਹੀ ਨੇ ਇਸ ਤੋਂ ਸਿੱਖਿਆ। ਔਰਤ ਕਰਕੇ ਹੀ ਤਾਂ ਮਰਦ ਸਮਝਦਾਰੀ ਹੁੰਦਾ। ਕਿਉਂ ਨਿੰਦਦੇ ਹੋ ਉਸ ਨੂੰ ਜਿਸ ਤੋਂ ਰਾਜਾ ਪੈਦਾ ਹੋਇਆ? ਤੁਸੀਂ ਉਸ ਨੂੰ ਨਿਹਲੰਕੀ ਕਹਿ ਕੇ ਬੋਲਦੇ ਹੋ। ਗੁਰੂ ਨਾਨਕ ਸਾਹਿਬ ਜੀ ਨੇ ਉਹਨਾਂ ਵਾਸਤੇ ਸ਼ਬਦ ਉਚਾਰਨ ਕੀਤਾ ਕਿ ਭੰਡ ਜੰਮੀਏ, ਭੰਡ ਨਿੰਮੀਏ, ਭੰਡ ਮੰਗਣ ਵਿਆਹ, ਭੰਡੋ ਹੋਵੇ ਦੋਸਤੀ, ਭੰਡੋ ਚੱਲੇ ਰਾਹ, ਭੰਡ ਮੂਆ, ਭੰਡ ਭਾਲੀਐ, ਭੰਡ ਹੋਵੇ ਬੰਦਾਨ, ਸੋ ਕਿਉ ਮੰਦਾ ਆਖੀਐ ਜਿਤ ਜੰਮੇ ਰਾਜਾਨ। ਇਹ ਪਾਵਨ ਸ਼ਬਦ ਗੁਰੂ ਨਾਨਕ ਸਾਹਿਬ ਜੀ ਨੇ ਆਸਾ ਦੀ ਵਾਰ ਦੇ ਵਿੱਚ ਸਾਨੂੰ ਇਹ ਸਮਝਾਇਆ ਹੈ। ਜਦੋਂ ਅਸੀਂ ਸਿੱਖ ਇਤਿਹਾਸ ਵਿੱਚ ਝਾਤੀ ਮਾਰੀਏ ਤਾਂ ਪਹਿਲਾਂ ਮਾਤਾ ਤ੍ਰਿਪਤਾ ਜੀ ਵੱਲ ਦੇਖੀਏ ਕਿ ਗੁਰੂ ਨਾਨਕ ਸਾਹਿਬ ਜੀ ਵਰਗਿਆਂ ਨੂੰ ਆਪਣੀ ਕੁੱਖ ਵਿੱਚ ਪਾ ਕੇ ਜੋ ਉਹਨਾਂ ਨੇ ਅਨੁਭਵ ਕੀਤਾ, ਉਸ ਦਾ ਅੰਦਾਜ਼ਾ ਕੋਈ ਦੂਸਰਾ ਇਨਸਾਨ ਨਹੀਂ ਲਗਾ ਸਕਦਾ। ਜਿਤਨੇ ਵੀ ਪੈਗੰਬਰ ਇਸ ਧਰਤੀ ਤੇ ਆਏ ਨੇ ਜਾਂ ਅਸੀਂ ਸੁਣੀਦੇ ਨੇ,
ਉਹਨਾਂ ਦੀਆਂ ਮਾਵਾਂ ਵਿੱਚ ਜੋ ਇਹ ਖੁਸ਼ੀ ਤੋਂ ਵਾਂਝੀਆਂ ਰਹਿ ਗਈਆਂ ਕਿ ਮਾਤਾ ਦੇਵਕੀ ਕ੍ਰਿਸ਼ਨ ਜੀ ਦੀ ਜੋ ਜਨਨੀ ਸੀ, ਜਨਨੀ ਤਾਂ ਜ਼ਰੂਰ ਸੀ, ਪਰ ਕਾਰਾਗ੍ਰਹਿ ਵਿੱਚ ਪਏ ਹੋਣ ਕਰਕੇ ਗੋਦ ਦਾ ਸੁੱਖ ਨਾ ਮਾਣ ਸਕੀ। ਸਿਸਕਦੀ ਰਹੀ, ਤਰਸਦੀ ਰਹੀ ਤੇ ਕ੍ਰਿਸ਼ਨ ਜੀ ਮਾਂ ਦੇ ਪਿਆਰ ਤੋਂ ਵਾਂਝੇ ਰਹਿ ਗਏ। ਪੁੱਤ ਦੇ ਪਿਆਰ ਤੋਂ ਮਾਂ ਤੇ ਮਾਂ ਦੇ ਪਿਆਰ ਤੋਂ ਪੁੱਤ। ਹੁਣ ਹਜ਼ਰਤ ਈਸਾ ਜੀ ਦੇ ਬਾਰੇ ਅਸੀਂ ਦੇਖੀਏ। ਹਜ਼ਰਤ ਈਸਾ ਜੀ ਮਰੀਅਮ ਦੀ ਕੁਆਰੀ ਕੁੱਖ ਤੋਂ ਪੈਦਾ ਹੋਏ ਨੇ। ਜੋ ਤਾਨੇ ਮਿਹਣੇ ਮਰੀਅਮ ਨੂੰ ਸਹਾਰਨੇ ਪਏ। ਹੁਣ ਮਰੀਅਮ ਜੀ ਹੀ ਜਾਣਦੇ ਨੇ ਇਸ ਸਾਰੀ ਵਾਰਤਾ ਨੂੰ। ਮਹਾਤਮਾ ਬੁੱਧ ਜੀ ਦੀ ਮਾਂ ਜਨਮ ਦਿੰਦੇ ਸਾਰ ਹੀ ਚੜ੍ਹਾਈ ਕਰ ਗਏ ਸਨ। ਮਾਸੀ ਕੋਲ ਪਲੇ। ਉਹ ਵਿਚਾਰੀ ਤਾਂ ਸਿਰਫ ਸੁਪਨਿਆਂ ਦਾ ਸਵਾਦ ਹੀ ਲੈਂਦੀ ਰਹੀ ਸੀ। ਮਹਾਵੀਰ ਜੀ ਦੀ ਮਾਂ ਤ੍ਰਿਸ਼ਾਲੂ ਨੂੰ 14 ਸੁਪਨੇ ਆਏ। ਹਰ ਸੁਪਨਾ ਆਉਣ ਤੇ ਤ੍ਰਿਸ਼ਾਲੂ ਜੀ ਨੂੰ ਕਾਂਬਾ ਛਿੜ ਜਾਂਦਾ ਸੀ। ਸੁਪਨਿਆਂ ਦਾ ਵੇਰਵਾ ਦੇਂਦੀ ਡਰ ਜਾਂਦੀ ਸੀ। ਕਹਿੰਦੇ ਸਨ ਕਦੀ ਸਫੇਦ ਹਾਥੀ ਆਂਦਾ, ਕਦੀ ਚਿੱਟੇ ਦੰਦ ਦਿਸਦੇ ਨੇ, ਕਦੀ ਲਕਸ਼ਮੀ ਦੇਵੀ ਆਂਦੀ ਹੈ, ਕਦੀ ਕੁਛ। ਇਵੇਂ ਕਰਕੇ 14 ਸੁਪਨੇ ਗਣਾਏ ਨੇ। ਪਰ ਉਹ ਇਸ ਨੂੰ ਮਹਿਸੂਸ ਕਰਦੀ ਹੋਵੇਗੀ। ਪਰ ਧੰਨ ਹੈ ਮਾਤਾ ਤ੍ਰਿਪਤਾ ਜੀ। ਨਾਰਾਇਣ ਕਲਾ ਧਾਰ ਨੂੰ ਕੁੱਖ ਵਿੱਚ ਪਾ ਕੇ ਸਮਿੱਚੀ ਰਹੀ, ਪ੍ਰਭੂ ਦੀ ਯਾਦ ਵਿੱਚ ਜੁੜੀ ਰਹੀ। ਕੋਈ ਮਾਂ ਵੀ ਇੰਨੀ ਵੱਡੇ ਹਿਰਦੇ ਵਾਲੀ ਨਹੀਂ ਸੀ ਕਿ ਜੋ ਇਹਨਾਂ ਮਹਾਨ ਆਤਮਾਵਾਂ ਨੂੰ ਸਧਾਰਨ ਤਰੀਕੇ ਨਾਲ ਪਾਲ ਸਕੀ ਹੋਵੇ। ਕੇਵਲ ਤੇ ਕੇਵਲ ਮਾਤਾ ਤ੍ਰਿਪਤਾ ਜੀ ਹੀ ਐਸੇ ਸਨ ਜਿਨ੍ਹਾਂ ਨੇ ਆਪਣੇ ਜਨਮ ਤੋਂ ਲੈ ਕੇ ਬੱਚੇ ਦੀ ਖੁਸ਼ੀ ਵੀ ਮਾਣੀ, ਪਾਲਿਆ ਵੀ, ਪੋਸਿਆ ਵੀ, ਲਾਡ ਵੀ ਲਡਾਏ। ਇਹ ਮਾਤਾ ਤ੍ਰਿਪਤਾ ਜੀ ਨੂੰ ਸਾਨੂੰ ਇਹ ਦਰਸਾ ਦਿੱਤਾ ਕਿ ਮਾਤਾ ਦਾ ਰੋਲ ਕੀ ਹੈ। ਜੇ ਘਰ ਵਿੱਚ ਨਾਨਕ ਵਰਗਾ ਬਾਲ ਵੀ ਜਨਮੇ ਤੇ ਅੰਦਾਜ਼ੇ ਲਾਉਣੇ ਬੜੇ ਆਸਾਨ ਨੇ ਕਿ ਪਿਤਾ ਦੇ ਕ੍ਰੋਧ ਤੋਂ ਕਿਵੇਂ ਬੁੱਕਲ ਵਿੱਚ ਲੈ ਕੇ ਬਚਾਉਂਦੇ ਹੋਣਗੇ। ਜੋ ਵਾਰਤਾਲਾਪ ਮਾਂ ਤੇ ਪੁੱਤ ਦਾ ਅਖੀਰ ਤੇ ਹੋਇਆ ਹੈ, ਉਸ ਦਾ ਵਰਣਨ ਬਹੁਤ ਜ਼ਰੂਰੀ ਹੈ। ਗੁਰੂ ਨਾਨਕ ਜੀ ਨੇ ਜਦ ਵੀ ਚਰਨੀ ਹੱਥ ਲਾਇਆ ਹੋਵੇਗਾ, ਮਾਂ ਨੇ ਆਪਣੀ ਜੱਫੀ ਦੇ ਵਿੱਚ ਲੈ ਲਿਆ ਹੋਵੇਗਾ, ਸਭ ਪਿਆਸ ਬੁਝ ਜਾਂਦੀ ਹੋਵੇਗੀ। ਗੁਰੂ ਨਾਨਕ ਜੀ ਨੇ ਕਿਹਾ ਹੋਵੇਗਾ, ਜਦੋਂ ਮਾਂ ਜਗਤ ਸੁਪਨੇ ਨਿਆਈ ਹੈ, ਪਕੜ ਹੀ ਨਹੀਂ ਰੱਖਦੀ। ਪਾਓ ਭਗਤ ਜਿਨ੍ਹਾਂ ਦੇ ਹਿਰਦੇ ਹੈ, ਫਿਰ ਜਨਮ ਮਰਨ ਤੋਂ ਰਹਿਤ ਹੋ ਜਾਂਦੇ ਨੇ। ਮਾਤਾ ਜੀ ਨੂੰ ਸਹਿਜੇ ਕਿਹਾ ਹੋਵੇਗਾ, ਮਾਂ ਜਦ ਗਹਿਣਾ ਖਰੀਦਣ ਜਾਓ ਤਾਂ ਸੁਨਿਆਰਾ ਸੋਨੇ ਵੱਲ ਧਿਆਨ ਨਹੀਂ ਜਾਣ ਦਿੰਦਾ, ਨਮੂਨੇ ਘੜਨ ਦੀ ਗੱਲ ਕਰਦਾ ਹੈ। ਪਰ ਜਦ ਵੇਚਣ ਜਾਓ ਤਾਂ ਕਹਿੰਦਾ ਹੈ, ਨਮੂਨੇ ਦਾ ਕਾਹਦਾ ਮੁੱਲ, ਮੁੱਲ ਤਾਂ ਕੇਵਲ ਸੋਨੇ ਦਾ ਹੈ। ਸੋ ਪ੍ਰਭੂ ਦੇ ਦਰ ਕਰਨੀ ਹੀ ਪਰਖੀ ਜਾਣੀ ਹੈ। ਸਤਿਗੁਰੂ ਕਿਰਪਾ ਕਰੇ ਤੁਸਾਂ ਬੜਾ ਹੀ ਸਵੱਛ ਜੀਵਨ ਜੀਵਿਆ। ਸਤਿਗੁਰੂ ਸਾਡੇ ਅੰਦਰ ਵੀ ਐਸੇ ਜੀਵਨ ਦੀ ਭਾਵਨਾ ਬਣ ਸਕੇ। ਸੋ ਭੁੱਲਾਂ ਗਲਤੀਆਂ ਦੀ ਖਿਮਾ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।